आओ जो सतगुरु पातशाह की पावन पवित्र गुरबाणी आनंद साहब की अपनी चल रही है विचार। अज 12वीं पौड़ी तो आप आरंभ कर रहे हैं। तीसरे पातशाह गुरु अमरदास साहब महाराज जी इत्थे आपां नूं समझा रहे हैं कि अगम अगोचरा तेरा अंत ना पाया, अंतो ना पाया किने तेरा, अपना आप तू जाने। उस अकाल पुरख वाहिगुरु की वडियाई कर रहे हैं कि हे अकाल पुरख वाहिगुरु तो अगम है, अगोचर है। अगोचर उस नूं कहा जांदा जिहड़ी वस्तु साडियां ये ज्ञान इंद्रियां ते कर्म इंद्रियां तो परे है। इस करके बड़ा बरीकी का रस्ता है जिहड़ा धर्म का रस्ता है। सतगुरु पातशाह समझा रहे हैं अगम अगम गोचरा तेरा अंत ना पाया। हे अकाल पुरख वाहिगुरु निरंकार, ये इंसान तेरा अंत किवें पा सकदा है? क्योंकि इंसान की समझ तो उत्थे तक जिथे तक साडियां ये ज्ञान इंद्रियां कर्म कर रही हैं। जिस तरह आपां वेखदे हां साडे ये नेत्र ने, इन्हां दी देखण दी कुछ क समर्था है। कंन ने, कन्नां दी सुणन दी कुछ समर्था है। साडा जीव है, इहदी कोई समर्था है। चमड़ी है, इहदी कोई समर्था है। साडा नक है, इहदी कोई समर्था है। ये 5 ज्ञान इंद्रियां ने जो मन दियां सलाहकार ने। पर जिन्ना चिर साडा मन इन्हां ज्ञान इंद्रियां च रहेगा, अखां नाल वेखण दी कोई समर्था। पर सतगुरु पातशाह समझा रहे हैं कि वो मालिक इन्हां ज्ञान ते कर्म इंद्रियां तो परे दी गल है। बड़ी गहराई है कि जे असीं उस मालिक दे विच अभेद होना चाहुंदे हां, उहदे नाल मिलाप करना चाहुंदे हां, तां सानूं इन्हां ज्ञान और कर्म इंद्रियां तो अपने मन नूं, अपनी सुरती नूं उपर चुकना पवेगा। जिन्ना चिर साडा मन इन्हां ज्ञान ते कर्म इंद्रियां तो उपर नहीं उठदा, जिन्हों असीं कहंदे हां ध्यान दा लग जाना, समाधि लीन हो जाना, उन्ना चिर उस मालिक दे नाल साडा मिलाप नहीं होवेगा। इसे करके पातशाह आपां नूं समझा रहे हैं कि गुरमंत्र दा अभ्यास कर करके इन्ना तुसीं वाहिगुरू दी किरपा दे पात्र बन जाओ। ਤੁਹਾਡਾ ਇਹ ਸਰੀਰ ਦੇ ਨਾਲੋਂ 9 ਦੁਆਰਿਆਂ ਦੇ ਨਾਲੋਂ ਸੰਬੰਧ ਟੁੱਟ ਕੇ ਉੱਪਰ ਉੱਠ ਖੜੇ ਸੁਰਤੀ। ਇਸੇ ਕਰਕੇ ਜਿਹੜੇ ਇਨਸਾਨ ਵਾਹਿਗੁਰੂ ਦੀ ਮੱਤ ਲੈ ਕੇ ਜੋ ਆਪਾਂ ਨੂੰ ਸਾਰਿਆਂ ਨੂੰ ਹੁਕਮ ਹੈ, ਜਦੋਂ ਆਪਾਂ ਲੰਬਾ ਸਮਾਂ ਘਰਾਂ 'ਚ ਬੈਠ ਕੇ ਗੁਰਮੰਤਰ ਦਾ ਅਭਿਆਸ ਕਰਨ, ਉਦੋਂ ਆਪਾਂ ਨੂੰ ਮਹਿਸੂਸ ਹੋਵੇਗਾ ਕਿ ਸਾਡਾ ਸਰੀਰ ਦੇ ਨਾਲੋਂ ਸੰਬੰਧ ਟੁੱਟ ਚੱਲਿਆ। ਇਹ ਵੀ ਮਹਿਸੂਸ ਹੋਵੇਗਾ ਜਿਵੇਂ ਸਾਡਾ ਸਰੀਰ ਬਹੁਤ ਬੱਜਰ ਜਿਹਦਾ ਬਣ ਗਿਆ ਹੁੰਦਾ। ਤੇ ਹੌਲੀ ਹੌਲੀ ਜਿੰਨੀ ਕੁ ਇਨਸਾਨ ਮਿਹਨਤ ਕਰਦਾ ਉਸ ਹਿਸਾਬ ਦੇ ਨਾਲ ਪ੍ਰੈਕਟੀਕਲ ਹੁੰਦਾ ਜਾਂਦਾ। ਫਿਰ ਇੱਕ ਸਮਾਂ ਬਣ ਜਾਂਦਾ ਜੋ ਭਗਤ ਕਬੀਰ ਜੀ ਆਪਾਂ ਨੂੰ ਸਮਝਾ ਰਹੇ ਹਨ, ਰਾਮ ਰਤਨ ਤੋਂ ਪਾਈਐ ਜੋ ਪਹਿਲੇ ਤਜੈ ਸਰੀਰ। ਪਹਿਲੇ ਸਮਿਆਂ ਦੇ ਅੰਦਰ ਗੁਰੂ ਨਾਨਕ ਦੇ ਘਰ ਤੋਂ ਜਿਹੜੇ ਦੂਰ ਰਹਿਣ ਵਾਲੇ ਲੋਕ ਨੇ, ਉਹ ਆਪਣੇ ਤਨ ਦੁਆਰਾ ਭਗਤੀ ਕਰਦੇ ਆ। ਕੋਈ ਕਹਿੰਦਾ ਜੀ ਮੈਂ ਤਾਂ ਸੌਂਦਾ ਨਹੀਂ, ਕੋਈ ਕਹਿੰਦਾ ਮੈਂ ਭੋਜਨ ਨਹੀਂ ਖਾਂਦਾ, ਕੋਈ ਕਹਿੰਦਾ ਮੈਂ ਬਹਿੰਦਾ ਨਹੀਂ। ਕਠਨ ਤਪ, ਪੁੱਠੇ ਲਟਕਣਾ, ਜਲ ਧਾਰੇ ਕਰਨੇ, ਹੋਰ ਬਹੁਤ ਕੁਝ। ਪਰ ਇੱਧਰ ਗੁਰੂ ਨਾਨਕ ਦੇ ਘਰ ਨੇ ਸਾਨੂੰ ਸਿਖਾਇਆ ਕਿ ਤੁਸੀਂ ਆਪਣੀ ਸੁਰਤ ਨੂੰ, ਆਪਣੇ ਮਨ ਨੂੰ ਇਨ੍ਹਾਂ ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਨੂੰ ਛੱਡੋ ਜੋ ਸ਼ਬਦ ਦੇ ਅਭਿਆਸ ਬਗੈਰ ਸੰਭਵ ਨਹੀਂ। ਜਿਉਂ ਹੀ ਅਸੀਂ ਇਹਨਾਂ ਤੋਂ ਉੱਪਰ ਉੱਠਾਂਗੇ ਸਾਨੂੰ ਮਾਲਕ ਦਾ ਭੇਦ ਆਉਣਾ ਤਾਂ ਸ਼ੁਰੂ ਹੋ ਜਾਊਗਾ। ਪਰ ਜੇ ਕੋਈ ਇਨਸਾਨ ਭੁਲੇਖੇ 'ਚ ਰਵੇ ਕਿ ਮੈਂ ਉਹਦਾ ਅੰਤ ਪਾ ਲੂੰਗਾ,
ਇਹ ਇੱਕ ਬਹੁਤ ਵੱਡੀ ਭੁੱਲ ਹੋਵੇਗੀ। ਜਿਸ ਤਰ੍ਹਾਂ ਮਛਲੀ ਹੈ ਉਹ ਸਮੁੰਦਰ 'ਚ ਰਹਿ ਕੇ ਸਮੁੰਦਰ ਦਾ ਆਨੰਦ ਤਾਂ ਮਾਣ ਸਕਦੀ ਹੈ, ਪਰ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ। ਇਸੇ ਤਰ੍ਹਾਂ ਇਹ ਜੀਵ ਰੂਪੀ ਇਸਤਰੀ ਉਸ ਪ੍ਰਭੂ ਦੇ ਨਾਲ ਇੱਕਮਿਕ ਹੋ ਕੇ ਉਹਦੇ ਮਿਲਾਪ ਆਨੰਦ ਦਾ ਤਾਂ ਲੈ ਸਕਦੀ ਹੈ, ਤੇ ਵੀ ਕਿੱਡਾ ਆਨੰਦ ਆ ਉਹ 'ਚ ਅਭੇਦ ਹੋ ਕੇ ਸੁੱਖ ਪ੍ਰਾਪਤ ਕਰ ਸਕਦੀ ਹੈ, ਪਰ ਅੰਤ ਨਹੀਂ ਪਾ ਸਕਦੀ। ਇਸੇ ਕਰਕੇ ਪਾਤਸ਼ਾਹ ਵਡਿਆਈ ਕਰ ਰਹੇ ਆ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣ ਹੈ। ਇਹ ਇਨਸਾਨ ਤੇਰਾ ਕੀ ਅੰਤ ਪਾ ਸਕਦੇ ਆ, ਤੂੰ ਕਿੱਡਾ ਕੁ ਵੱਡਾ ਹੈ ਤੇ ਕਿੱਡਾ ਕੁ ਤੇਰਾ ਇਹ ਖੇਲ ਆ, ਤੇ ਇਹ ਤਾਂ ਤੂੰ ਆਪਣਾ ਆਪ ਹੀ ਜਾਣ ਸਕਦਾ। ਕੋਈ ਇਨਸਾਨ ਤੇਰਾ ਅੰਤ ਨਹੀਂ ਪਾ ਸਕਦਾ। ਬਸ ਇੰਨਾ ਕੁ ਮਹਾਰਾਜ ਕਹਿੰਦੇ ਖਿਆਲ ਰੱਖ ਕੇ ਚੱਲਿਓ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਬਖਾਣੇ। ਇਹ ਸਾਰੇ ਜੀਵ ਜੰਤ ਜਿੱਡਾ ਵੀ ਸੰਸਾਰ ਦਾ ਖੇਲ ਆ, 84 ਲੱਖ ਜੂਨ ਆਪਾਂ ਵੇਖਦੇ ਹਾਂ, ਪਹਾੜ ਪਰਬਤ ਵੇਖਦੇ ਹਾਂ, ਜੰਗਲ ਵੇਖਦੇ ਹਾਂ, ਜਿੱਡੀ ਵੱਡੀ ਵੀ ਸ੍ਰਿਸ਼ਟੀ ਹੈ ਉਹ ਮਾਲਕ ਦਾ ਇੱਕ ਖੇਲ ਚੱਲ ਰਿਹਾ। ਕਿਉਂਕਿ ਬਾਣੀ 'ਚ ਆਪਾਂ ਪੜ੍ਹਦੇ ਹਾਂ, ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ। ਉਹ ਪਾਤਸ਼ਾਹ ਆਪਣਾ ਇੱਕ ਖੇਲ ਚਲਾ ਰਿਹਾ, ਜਿਹਨੂੰ ਕਿਤੇ ਗੁਰਬਾਣੀ ਅੰਦਰ ਤਮਾਸ਼ੇ ਦਾ ਨਾਂ ਵੀ ਦਿੱਤਾ ਗਿਆ, ਰਾਸ ਮੰਡਲ ਦਾ ਨਾਂ ਵੀ ਦਿੱਤਾ ਗਿਆ। ਉਹ ਆਪਦੇ ਖੇਲ ਨੂੰ ਦੇਖ ਰਿਹਾ ਕਿ ਕਿਵੇਂ ਮੇਰੇ ਬੱਚੇ ਖੇਲ ਖੇਲ ਰਹੇ ਆ। ਇੱਕ ਗਰਾਊਂਡ ਤਿਆਰ ਕੀਤਾ ਗਿਆ ਸਾਡੇ ਖੇਡਣ ਵਾਸਤੇ, ਉਹ ਸਰੀਰ ਰੂਪੀ ਵੀ ਗਰਾਊਂਡ ਆ ਤੇ ਧਰਤੀ ਵੀ ਇੱਕ ਗਰਾਊਂਡ ਆ। ਇਹ ਖੇਲ ਦੇ ਅੰਦਰੋਂ ਜਿਹੜੇ ਤਾਂ ਜੀਵ ਗੁਰੂ ਦੀ ਮੱਤ ਲੈ ਕੇ ਜਿੱਤ ਜਾਂਦੇ ਆ, ਉਹ ਤਾਂ ਫਿਰ ਜਿਵੇਂ ਪ੍ਰਤੱਖ ਆਪਾਂ ਵੇਖਦੇ ਹਾਂ, ਜਦੋਂ ਖਿਡਾਰੀ ਖੇਡਦੇ ਆ ਗਰਾਊਂਡ ਅੰਦਰ, ਜਿਹੜੇ ਤਾਂ ਜਿੱਤ ਕੇ ਜਾਂਦੇ ਆ ਉਹ ਬਾਹਾਂ ਉੱਚੀਆਂ ਕਰਕੇ ਖੁਸ਼ ਹੋ ਕੇ ਗਰਾਊਂਡ 'ਚੋਂ ਬਾਹਰ ਜਾਂਦੇ ਆ, ਤੇ ਜਿਹੜੇ ਦਰਸ਼ਕ ਨੇ ਦੇਖਣ ਵਾਲੇ ਉਹਨਾਂ ਦਾ ਹੌਸਲਾ ਅਫਜ਼ਾਈ ਕਰਦੇ ਆ। ਜਿਹੜੇ ਹਾਰ ਜਾਂਦੇ ਆ ਉਹ ਪਛਤਾਉਂਦੇ ਆ। ਇਸੇ ਤਰ੍ਹਾਂ ਸਾਡੇ ਜੀਵਨ ਦੀ ਇੱਕ ਖੇਲ ਚੱਲ ਰਹੀ ਹੈ। ਜਿੱਦੇ ਅਸੀਂ ਆ ਸਰੀਰ ਰੂਪੀ ਖੇਤ ਨੂੰ, ਗਰਾਊਂਡ ਨੂੰ ਛੱਡਣਾ, ਜੇ ਤਾਂ ਖੇਡ ਜਿੱਤ ਗਏ ਤਾਂ ਇਹਦੇ 'ਚੋਂ ਖੁਸ਼ੀ ਖੁਸ਼ੀ ਅਸੀਂ ਬਾਹਰ ਜਾਵਾਂਗੇ, ਤੇ ਜਿਹੜੇ ਹੋਰ ਸੱਚ 'ਚ ਸਮਾਈਆਂ ਹੋਈਆਂ ਰੂਹਾਂ ਉਹ ਸਾਡਾ ਸਤਿਕਾਰ ਕਰਨਗੀਆਂ। ਜੇ ਅਸੀਂ ਹਰ ਜਾਂਦੇ ਹਾਂ ਤਾਂ ਆਖਰੀ ਸਮੇਂ ਨਮੋਸ਼ੀ ਦਾ, ਪਛਤਾਵੇ ਦਾ ਸਾਨੂੰ ਸਾਹਮਣਾ ਕਰਨਾ ਪੈਣਾ। ਇਹ ਖੇਲ ਚੱਲ ਰਿਹਾ ਮਾਲਕ ਦਾ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਬਖਾਣੇ। ਇਹਦੇ ਬਾਰੇ ਕੀ ਕੋਈ ਕਹਿ ਸਕਦਾ? ਕੋਈ ਕਹਿ ਹੀ ਨਹੀਂ ਜਾ ਸਕਦਾ ਕਿ ਕਿੱਡਾ ਵੱਡਾ ਸੰਸਾਰ ਇੱਕ ਵਾਰ ਬੋਲਣ ਤੇ ਪ੍ਰਮਾਤਮਾ ਨੇ ਰਚ ਦਿੱਤਾ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਇੱਕ ਵਾਰ ਬੋਲਣ ਤੇ ਇਹ ਸਾਰੇ ਸੰਸਾਰ ਦੀ ਉਤਪਤੀ ਕਰ ਦਿੱਤੀ। ਮਹਾਰਾਜ ਕਹਿੰਦੇ ਇਹਦੇ ਅੰਤ ਨੂੰ ਕਿਵੇਂ ਕੋਈ ਪਾ ਸਕਦਾ ਇਨਸਾਨ? ਆਖੇ ਤਾਂ ਵੇਖੈ ਸਭ ਤੂੰ ਹੈ, ਜਨ ਜਗਤ ਉਪਾਇਆ। ਪਰ ਜਿਹੜੇ ਇਨਸਾਨ ਫਿਰ ਸੋਝੀ ਲੈ ਲੈਂਦੇ ਆ, ਉਹ ਤਾਂ ਇੱਛਿਕ ਮਨ ਦੀ ਅਵਸਥਾ ਲੈ ਜਾਂਦੇ ਆ ਕਿ ਇਹ ਸਾਰਾ ਪਰਮਾਤਮਾ ਦਾ ਰੂਪ ਹੀ ਹੈ। ਸਰਗੁਣ ਤੇ ਨਿਰਗੁਣ ਦੋ ਹੀ ਪਰਮਾਤਮਾ ਦੇ ਰੂਪ ਨੇ, ਤੀਸਰਾ ਉਹਦਾ ਕੋਈ ਰੂਪ ਨਹੀਂ। ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਨਿਰਗੁਣ ਕਹਿੰਦੇ ਨੇ ਜੋ ਆਕਾਰ ਤੋਂ ਰਹਿਤ ਨਿਰਾਕਾਰ। ਸਰਗੁਣ ਕਹਿੰਦੇ ਨੇ ਜੋ ਆਕਾਰ ਦੇ ਅੰਦਰ ਨੇ। ਗੁਰਬਾਣੀ ਅੰਦਰ ਪਾਤਸ਼ਾਹ ਸਮਝਾ ਰਹੇ ਆ, ਜੇ ਤਾਂ ਤੁਸੀਂ ਪ੍ਰਮਾਤਮਾ ਨੂੰ ਨਿਰਗੁਣ ਸਰੂਪ ਦੇ ਅੰਦਰ ਵੇਖਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ। ਆ ਖਾਲੀ ਖਲਾ ਜਿਹੜਾ ਆਪਾਂ ਵੇਖਦੇ ਹਾਂ, ਇਹਨੂੰ ਨਿਰੰਕਾਰ ਦੀ ਦੇਹ ਕਿਹਾ ਗਿਆ, ਜਿੱਥੋਂ ਸਾਨੂੰ ਸਵਾਸ ਦੇ ਕੇ ਪ੍ਰਮਾਤਮਾ ਜੀਵਤ ਰੱਖ ਰਿਹਾ।
ਜੇ ਅਸੀਂ ਪ੍ਰਮਾਤਮਾ ਦੇ ਸਰਗੁਣ ਸਰੂਪ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਤਾਂ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ, ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਿ ਜੋ ਵੀ ਆ ਤੁਸੀਂ ਵੇਖ ਰਹੇ ਹੋ ਇਹ ਸਾਰਾ ਪ੍ਰਮਾਤਮਾ ਦਾ ਰੂਪ ਆ, ਉਹਦਾ ਆਪ ਦਾ ਹੀ ਖੇਲ ਤਿਆਰ ਕੀਤਾ ਗਿਆ। ਆਖੇ ਤਾਂ ਵੇਖੇ ਸਭ ਤੂੰ ਹੈ, ਆਪ ਹੀ ਬੋਲ ਰਿਹਾ, ਆਪ ਹੀ ਵੇਖ ਰਿਹਾ। ਇਹ ਸਾਰੇ ਸੰਸਾਰ ਸਰਗੁਣ ਸਰੂਪ ਦੇ ਅੰਦਰ। ਕਹੇ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਪਾਤਸ਼ਾਹ ਸਮਝਾ ਰਹੇ ਹਨ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਦਾ ਹੀ ਅਗੰਮ ਹੈ, ਅਗੋਚਰ ਹੈ, ਇਨਸਾਨ ਦੀ ਸੋਚ ਤੋਂ ਬਾਣੀ ਤੋਂ ਪਹੁੰਚ ਤੋਂ ਪਰੇ ਆ। ਤੇਰਾ ਕਿਸੇ ਨੇ ਅੰਤ ਨਹੀਂ ਪਾਇਆ। ਹੁਣ ਅਗਲੀ ਪੌੜੀ ਦੇ ਅੰਦਰ ਨਾਮ ਰੂਪੀ ਅੰਮ੍ਰਿਤ ਦੀ ਮਹਾਰਾਜ ਵਡਿਆਈ ਕਰ ਰਹੇ ਆ ਤੇ ਉਹਦੀ ਪ੍ਰਾਪਤੀ ਸਾਨੂੰ ਕਿਵੇਂ ਹੁੰਦੀ ਆ ਉਹਦੇ ਬਾਰੇ ਪਾਤਸ਼ਾਹ ਸੋਝੀ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਕਹਿੰਦੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਕਿ ਇਸ ਪਰਮਾਤਮਾ ਦੀ ਚੱਲ ਰਹੀ ਸ੍ਰਿਸ਼ਟੀ ਦੇ ਅੰਦਰ ਦੇਵਤੇ, ਮਨੁੱਖ ਤੇ ਮੁਨੀ ਜਨ ਜਿਸ ਅੰਮ੍ਰਿਤ ਨੂੰ ਲੱਭਦੇ ਹਨ, ਉਹ ਅੰਮ੍ਰਿਤ ਮਹਾਰਾਜ ਕਹਿੰਦੇ ਅਸੀਂ ਗੁਰੂ ਦੁਆਰੇ ਪ੍ਰਾਪਤ ਕੀਤਾ। ਕਿਉਂਕਿ ਅੰਮ੍ਰਿਤ ਉਹ ਵਸਤੂ ਜਿਹਨੂੰ ਪੀ ਕੇ ਇਨਸਾਨ ਅਮਰ ਹੋ ਜਾਣਾ ਹੁੰਦਾ। ਦੇਵਤਿਆਂ ਦੇ ਹਿੱਸੇ ਇਹ ਆਇਆ ਨਹੀਂ, ਕਿਉਂਕਿ ਗੁਰਬਾਣੀ ਅੰਦਰ ਜ਼ਿਕਰ ਕੀਤਾ ਹੋਇਆ, ਇੱਕ ਵਾਰ ਦੇਵਤਿਆਂ ਔਰ ਰਾਖਸ਼ਾਂ ਨੇ ਰਲ ਕੇ ਖੀਰ ਸਮੁੰਦਰ ਉੜਕਿਆ। ਮਧਾਣਾ ਪਰਬਤ, ਇਹ ਸਾਰਾ ਨੇਤਰਾ ਵਗੈਰਾ, ਬਾਸਕ ਨੇਤਰਾ ਦੱਸਿਆ ਹੋਇਆ, ਨਾਗ ਦਾ ਪਾਇਆ। ਮਧਾਣ ਪਰਬਤ ਨੂੰ ਮਧਾਣਾ ਬਣਾਇਆ ਗਿਆ। ਉਹ ਬਾਣੀ ਅੰਦਰ ਬੜਾ ਖੋਲ ਕੇ ਸਮਝਾਇਆ। 14 ਰਤਨ ਨਿਕਲੇ, ਜਿਹਦੇ ਤੋਂ ਇੱਕ ਘੜਾ ਅੰਮ੍ਰਿਤ ਦਾ ਪ੍ਰਾਪਤ ਹੋਇਆ, ਜਿਹਦੇ ਪਿੱਛੇ ਦੇਵਤਿਆਂ ਔਰ ਰਾਖਸ਼ਾਂ ਦੀ ਲੜਾਈ ਹੋ ਗਈ, ਪਰ ਪ੍ਰਾਪਤ ਪੀਣ ਨੂੰ ਕਿਸੇ ਨੂੰ ਨਹੀਂ ਮਿਲਿਆ। ਤੇ ਗੁਰੂ ਨਾਨਕ ਦੇ ਘਰ ਨੇ ਸਾਨੂੰ ਇਹ ਸੋਝੀ ਬਖਸ਼ਿਸ਼ ਕੀਤੀ ਆ। ਪਾਤਸ਼ਾਹ ਸਮਝਾ ਰਹੇ ਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਕਹਿੰਦੇ ਅਸੀਂ ਗੁਰੂ ਦੁਆਰਾ ਉਸ ਅੰਮ੍ਰਿਤ ਦੀ ਪ੍ਰਾਪਤੀ ਕੀਤੀ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਇੱਥੇ ਹੁਣ ਬੜੀ ਗਹਿਰਾਈ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਅੰਮ੍ਰਿਤ ਦੀ ਗੱਲ ਚੱਲ ਰਹੀ ਹੈ। ਇੱਥੇ ਤੀਸਰੇ ਪਾਤਸ਼ਾਹ ਸਾਨੂੰ ਸਮਝਾ ਰਹੇ ਆ। ਭਗਤਾਂ ਨੇ ਬਾਣੀ ਅੰਦਰ ਸਮਝਾਇਆ। ਭਗਤ ਕਬੀਰ ਜੀ ਸਮਝਾਉਂਦੇ ਆ, ਮੇਰੇ ਰਾਮ ਐਸਾ ਖੀਰ ਬਲੋਈਐ, ਗੁਰਮਤਿ ਮਨੁਆ ਅਸਰ ਰਾਖੋ, ਇਨ ਵਿਦ ਅੰਮ੍ਰਿਤ ਪਿਓਈਐ। ਕਿ ਇਹ ਫਿਰ 10ਵੇਂ ਪਾਤਸ਼ਾਹ ਨੇ ਤਾਂ ਸਾਨੂੰ ਬੜਾ ਸੌਖਾ ਕਰਕੇ ਦਿਖਾਤਾ ਅੰਮ੍ਰਿਤ ਦੀ ਸ਼ਕਤੀ, ਕਿ ਜਿਹੜੇ ਅੰਮ੍ਰਿਤ ਦੀ ਗੁਰੂ ਬਾਣੀ ਅੰਦਰ ਵਡਿਆਈ ਬਖਸ਼ਿਸ਼ ਕੀਤੀ ਗਈ ਆ, ਤਾਕਤ ਬਖਸ਼ਿਸ਼ ਕੀਤੀ ਗਈ ਆ, ਉਹ ਫਿਰ 1699 ਦੀ ਵਿਸਾਖੀ ਨੂੰ ਬਾਹਰ ਦ੍ਰਿਸ਼ਟਮਾਨ ਰੂਪ ਦੇ ਅੰਦਰ ਉਸ ਅੰਮ੍ਰਿਤ ਦੀ ਤਾਕਤ ਸਾਨੂੰ ਵਿਖਾਈ ਕਿ ਇਹ ਇਨਸਾਨ, ਜੇ ਤੂੰ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਵੇਂ, ਜੇ ਬਾਣੀ ਕਹਿੰਦੀ ਆ ਮਿਰਤਕ ਕੋ ਜੀ ਵਾਲਣ ਹਾਰ, ਤਾਂ ਪਾਤਸ਼ਾਹ ਨੇ ਦ੍ਰਿਸ਼ਟਮਾਨ ਰੂਪ ਦੇ ਅੰਦਰ ਇਹ ਸਾਰਾ ਸਾਨੂੰ ਖੇਲ ਵਿਖਾਇਆ ਕਿ ਇਹ ਅਣਭੋਲ ਜੀਵਾਂ ਨੂੰ ਸੋਝੀ ਆ ਜੇ। 5 ਪਿਆਰਿਆਂ ਦੀ ਸਾਜਨਾ ਕਰਨ ਸਮੇਂ 5 ਦੇ ਧੜ ਤੋਂ ਵੱਖ ਕੀਤੇ ਗਏ ਸੀ, ਫਿਰ ਉਹਨਾਂ ਨੂੰ ਨਾਲ ਜੋੜ ਕੇ ਅੰਮ੍ਰਿਤ ਪਾਨ ਕਰਾ ਕੇ ਦੁਬਾਰਾ ਜੀਵਤ ਕੀਤਾ ਗਿਆ। ਭਾਵੇਂ ਇਸ ਗੱਲ ਤੇ ਬਹੁਤ ਸਾਰੇ ਲੋਕ ਅੱਜ ਤਰਕ ਵੀ ਕਰਦੇ ਆ ਜਿਨ੍ਹਾਂ ਨੂੰ ਭਰੋਸਾ ਨਹੀਂ, ਪਰ ਜਿਹੜੇ ਭਾਵਨਾ ਵਾਲੇ ਜੀਵ ਆ, ਸਮਰੱਥ ਗੁਰੂ ਆ, ਤੇ ਉਹ ਫਿਰ ਜਿਨ੍ਹਾਂ ਨੇ ਗੁਰਬਾਣੀ ਦੁਆਰਾ ਸੋਝੀ ਲਈ ਆ, ਉਹਨਾਂ ਦੇ ਮਨ ਦੇ ਅੰਦਰ ਸ਼ੰਕੇ ਨਹੀਂ ਪੈਦਾ ਹੁੰਦੇ, ਤਰਕ ਨਹੀਂ ਪੈਦਾ ਹੁੰਦੀ। ਉਹ ਤਾਂ ਇਹ ਕਹਿੰਦੇ ਕਿ ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਗੁਰੂ ਸਾਨੂੰ ਕਹਿ ਰਿਹਾ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ
ਮੋਹੋਂ ਕਢਾਏ। ਉਹ ਫਿਰ ਸਤ ਬਚਨ ਦੇ ਅਧਿਕਾਰੀ ਹੋ ਜਾਂਦੇ ਆ। ਅੰਮ੍ਰਿਤ, ਜਦੋਂ ਅੰਮ੍ਰਿਤ ਦੀ ਗੱਲ ਚੱਲਦੀ ਆ, ਸਤਿਗੁਰੂ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਆ। ਗੁਰੂ ਨਾਨਕ ਦੇ ਘਰ ਨੇ ਇਹ ਗਿਆਨ ਦਿੱਤਾ ਕਿ ਤੁਹਾਡੇ ਇਸੇ ਸਰੀਰ ਦੇ ਅੰਦਰ ਤੁਹਾਡੇ ਮਨ ਦੀ ਖੁਰਾਕ ਨਾਮ ਰਸ, ਅੰਮ੍ਰਿਤ ਰਸ, ਬ੍ਰਹਮ ਰਸ ਜਿਹਨੂੰ ਕਹਿੰਦੇ ਆ, ਕਿ ਉਹ ਇੱਕ ਖੂਹ ਭਰ ਕੇ ਰੱਖਿਆ ਹੋਇਆ। ਜਦੋਂ ਤੁਸੀਂ ਸ਼ਬਦ ਦਾ ਅਭਿਆਸ ਕਰੋਗੇ, ਗੁਰਮੰਤਰ ਨੂੰ ਜਪੋਗੇ, ਇਹਦੀ ਤੁਹਾਨੂੰ ਪ੍ਰਾਪਤੀ ਹੋ ਜਾਣੀ ਹੈ। ਪਾਤਸ਼ਾਹ ਸਮਝਾਉਂਦੇ ਗੁਰਬਾਣੀ ਅੰਦਰ, ਅੰਤਰ ਖੂੰਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਐ ਪਨਹਾਰੀ। ਕਿ ਭਾਈ ਤੁਹਾਡੇ ਸਾਰਿਆਂ ਸਰੀਰਾਂ ਦੇ ਅੰਦਰ ਉਸ ਮਾਲਕ ਵਾਹਿਗੁਰੂ ਵੱਲੋਂ ਤੁਹਾਡੇ ਮਨ ਦੀ ਖੁਰਾਕ ਅੰਮ੍ਰਿਤ ਦਾ ਖੂਹ ਭਰ ਕੇ ਰੱਖਿਆ ਹੋਇਆ। ਉਹਨੂੰ ਸ਼ਬਦ ਦੇ ਅਭਿਆਸ ਦੁਆਰਾ ਕੱਢ ਕੇ ਪੀਓ। ਸ਼ਬਦੇ ਕਾਢ ਪੀਐ ਪਨਹਾਰੀ। ਪਨਹਾਰੀ ਕਹਿੰਦੇ ਜਿਹੜੀਆਂ ਬੀਬੀਆਂ ਪਹਿਲੇ ਸਮਿਆਂ ਦੇ ਅੰਦਰ ਖੂਹਾਂ ਤੋਂ ਪਾਣੀ ਭਰਨ ਜਾਂਦੀਆਂ, ਤੇ ਜਦੋਂ ਫਿਰ ਅਸੀਂ ਗੁਰਮੰਤਰ ਦਾ ਅਭਿਆਸ ਕਰਾਂਗੇ, ਗੁਰੂ ਦੀ ਮੱਤ ਲੈ ਕੇ ਚੱਲਾਂਗੇ, ਉਹਦੀ ਬਖਸ਼ਿਸ਼ ਦੇ ਪਾਤਰ ਬਣਾਂਗੇ, ਤਾਂ ਇਸ ਚੀਜ਼ ਦਾ ਸਾਨੂੰ ਅੰਦਰੋਂ ਸਵਾਦ ਆਉਣਾ ਸ਼ੁਰੂ ਹੋ ਜਾਊਗਾ। ਮਹਾਰਾਜ ਸਮਝਾ ਰਹੇ ਹਨ, ਗੁਰਮੰਤਰ ਦਰੜਾਏ ਹਰ ਰਸ ਕਰ ਸਾਏ, ਹਰ ਅੰਮ੍ਰਿਤ ਹਰ ਮੁਖ ਧੋਏ ਜੀਓ। ਇੱਕ ਜਗ੍ਹਾ ਇਹ ਵੀ ਪਾਤਸ਼ਾਹ ਨੇ ਬੜਾ ਸੌਖੇ ਸ਼ਬਦਾਂ 'ਚ ਸਾਨੂੰ ਸਮਝਾਇਆ। ਕਹਿੰਦੇ ਜਦੋਂ ਜੀਵ ਮਾਲਕ ਦੀ ਕਿਰਪਾ ਦਾ ਪਾਤਰ ਬਣਦਾ, ਉਹਦਾ ਜਿਹੜਾ ਮਨ ਹੈ ਉਹ ਉਲਟਣਾ ਸ਼ੁਰੂ ਹੋ ਜਾਂਦਾ। ਕਿਵੇਂ ਉਲਟਦਾ? ਹੁਣ ਸਾਰਾ ਦਿਨ ਸਾਡਾ ਮਨ ਆ ਸੰਸਾਰ ਵਾਲੇ ਪਾਸੇ ਨੂੰ ਧਿਆਨ ਸਾਡਾ ਜੁੜਿਆ ਰਹਿੰਦਾ। ਜਦੋਂ ਵਾਹਿਗੁਰੂ ਦੀ ਕਿਰਪਾ ਹੋ ਗਈ, ਇੱਧਰੋਂ ਮਨ ਮੁੜਨਾ ਸ਼ੁਰੂ ਹੋ ਜਾਊਗਾ ਤੇ ਪਰਮਾਤਮਾ ਵਾਲੇ ਪਾਸੇ ਜੁੜਨਾ ਸ਼ੁਰੂ ਹੋ ਜਾਊਗਾ। ਇਹਨੂੰ ਕਮਲ ਕਿਹਾ। ਫਿਰ ਉਲਟਿਓ ਕਮਲ ਬ੍ਰਹਮ ਵਿਚਾਰ। ਆ ਜਿਹੜੀ ਬਾਣੀ ਦੀ ਵਿਚਾਰ ਹੈ, ਪਰਮਾਤਮਾ ਦੀ ਕਹਾਣੀ ਆ, ਇਹ ਵਾਰ-ਵਾਰ ਕਿਉਂ ਆਪਾਂ ਕਰਨੀ ਹੁੰਦੀ ਆ, ਕਿਉਂ ਆਪਾਂ ਸੁਣਨੀ ਹੁੰਦੀ ਆ, ਕਿਉਂ ਨਿਤਨੇਮ ਅਸੀਂ ਬਾਣੀ ਪੜ੍ਹਨੀ ਹੁੰਦੀ ਆ, ਕਿਉਂ ਅਸੀਂ ਸੰਗਤ ਕਰਨੀ ਹੁੰਦੀ ਆ। ਵਾਰ-ਵਾਰ ਜਦੋਂ ਅਸੀਂ ਇਹ ਵਾਰ-ਵਾਰ ਇਸ ਚੀਜ਼ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਸੱਚ ਦੀ ਵਿਚਾਰ ਕਰਦੇ ਹਾਂ, ਸਾਡਾ ਮਨ ਤੇ ਸੰਸਾਰ ਵਾਲੇ ਪਾਸਿਓਂ ਮੁੜਨਾ ਸ਼ੁਰੂ ਹੋ ਜਾਂਦਾ ਤੇ ਪਰਮਾਤਮਾ ਵਾਲੇ ਪਾਸੇ ਨੂੰ ਭਾਂਡਾ ਸਿੱਧਾ ਹੋਣਾ ਸ਼ੁਰੂ ਹੋ ਜਾਂਦਾ। ਫਿਰ ਨਿਸ਼ਾਨੀ ਕੀ ਆ? ਜਦੋਂ ਸਾਡਾ ਮਨ ਬਿਲਕੁਲ ਪਰਮਾਤਮਾ ਵਾਲੇ ਪਾਸੇ ਨੂੰ ਚੱਲ ਪਿਆ, ਕਿਉਂਕਿ ਨਿਸ਼ਾਨੀ ਵੀ ਹੋਣੀ ਚਾਹੀਦੀ ਆ। ਮਹਾਰਾਜ ਨੇ ਦੱਸੀ ਆ ਗੁਰਬਾਣੀ 'ਚ। ਮਹਾਰਾਜ ਕਹਿੰਦੇ ਜਦੋਂ ਤੁਹਾਡੇ ਤੇ ਇਹ ਕਿਰਪਾ ਹੋਣੀ ਸ਼ੁਰੂ ਹੋਵੇਗੀ, ਕੀ ਹੋਵੇਗਾ? ਕਹਿੰਦੇ ਉਲਟਿਓ ਕਮਲ ਬ੍ਰਹਮ ਵਿਚਾਰ। ਬ੍ਰਹਮ ਦੀ ਸੱਚ ਦੀ ਵਿਚਾਰ ਦੇ ਨਾਲ ਨਾਲ ਜਦੋਂ ਤੁਹਾਡੇ ਹਿਰਦੇ ਦਾ ਕਮਲ ਫੁੱਲ ਸਿੱਧਾ ਹੋਣਾ ਸ਼ੁਰੂ ਹੋ ਗਿਆ, ਜਿਹੜਾ ਪੁੱਠਾ ਜਦੋਂ ਸਿੱਧਾ ਹੋਣਾ ਸ਼ੁਰੂ ਹੋ ਗਿਆ, ਉਹਦੀ ਨਿਸ਼ਾਨੀ ਕੀ ਆ? ਕਹਿੰਦੇ ਅੰਮ੍ਰਿਤ ਧਾਰ ਗਗਨ 10 ਦੁਆਰ। ਤੁਹਾਡੇ 10ਵੇਂ ਦੁਆਰ ਦੇ ਅੰਦਰੋਂ ਅੰਮ੍ਰਿਤ ਦੀ ਧਾਰਾ ਚੱਲ ਪਵੇਗੀ। ਜਿਹਦੇ ਅੰਦਰ ਇਹ ਚੱਲ ਪੈਂਦੀ, ਉਹ ਫਿਰ ਪਾਤਸ਼ਾਹ ਦੀ ਪਿਆਰੀ ਬਣ ਜਾਂਦੀ ਆ। ਜੀਵ ਰੂਪੀ ਇਸਤਰੀ ਅੰਮ੍ਰਿਤ ਧਾਰੀ ਹਮਰੀ ਪਿਆਰੀ। ਮਹਾਰਾਜ ਕਹਿੰਦੇ ਫਿਰ ਇਨਸਾਨ ਦਾ ਸੁਭਾਅ ਕਿਹੋ ਜਿਹਾ ਹੋ ਜਾਂਦਾ? ਤਰਭਵਨ ਵਿਦਿਆ ਆਪ ਮੁਰਾਰ। ਉਹ ਫਿਰ ਉਸ ਮਾਲਿਕ ਦੇ ਹੁਕਮ 'ਚ ਆ ਜਾਂਦੇ ਆ। ਉਹ ਕਿੰਤੂ ਪਰੰਤੂ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਮਾਲਿਕ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਦੇ ਅੰਦਰ ਬੰਨ੍ਹਿਆ ਹੋਇਆ। ਇੱਕ ਜਗ੍ਹਾ ਇਹ ਵੀ ਸਮਝਾਇਆ, ਜਿੱਥੇ ਆਪਾਂ ਪੜ੍ਹਦੇ ਹਾਂ ਬਈ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਅੰਤ ਨਾ ਅੰਤ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਪਵਨ ਬਹੇ ਸਦਬਾਉ, ਤੇ ਭੈ ਵਿੱਚ ਧਰਤੀ ਦੱਬੀ ਭਾਰ। ਵੀ ਸਾਰਾ ਕੁਝ ਉਸ ਮਾਲਿਕ ਦੇ ਹੁਕਮ ਦੇ ਅੰਦਰ ਬੰਨ੍ਹਿਆ ਹੋਇਆ। ਸਾਗਰ ਪੰਡੈ ਪਾਇਆ। ਆ ਜਿਹੜਾ ਸਾਗਰ ਹੈ, ਸਮੁੰਦਰ ਹੈ, ਇਹ ਵੀ ਮਾਲਕ ਨੇ ਆਪ ਦੇ ਹੁਕਮ ਦੇ ਅੰਦਰ ਬੰਨ੍ਹਿਆ ਹੋਇਆ।
एक ग्रंथ च ये भी पढ़न नूं मिलिया कि जिहड़ी धरती आ, जिहड़ा समुंदर है, पानी है, 8 जोजन उच्चा खड़ा धरती दे नालों। ग्लेशियर के रूप च आपां नूं समझ सकते हैं कि 8 जोजन उच्चा। हुण 4 कोह दा एक जोजन हुंदा, 32 कोह हो गई, किलोमीटर तां बहुत हो जाणगे। जे ओ मालिक दे हुक्म च ना बन्निया होवे तां इत्थे 1 मिनट च तैश नैश हो सकदा सारा कुछ। आ पाउणा जे हुक्म च ना होवे, भै विच पवन वहे सदबाओ, तां इत्थे तूफान आके सारा कुछ खत्म हो सकदा। सूरज परमात्मा दे भै च ना होवे, ਇਹ ਨੇੜੇ ਆ ਕੇ ਸੰਸਾਰ ਨੂੰ ਸਾੜ ਸਕਦਾ। ਸਾਰਾ ਕੁਝ ਹੁਕਮ ਚ ਆ ਵੇਖਿਆ ਨਾ, ਹੁਣ ਉੱਤਰਾਖੰਡ ਚ ਗਲੇਸ਼ੀਅਰ ਇੱਕ ਖੁਰਿਆ, ਕਿੰਨਾ ਉੱਥੇ ਨੁਕਸਾਨ ਹੋ ਗਿਆ। ਇਹ ਵੀ ਕੁਝ ਲੋਕਾਂ ਦਾ ਮੰਨਣਾ ਕਿ ਆ ਜਿਹੜੀ ਧੁੰਦ ਇੰਨੀ ਗਾੜੀ ਡਿੱਗਦੀ ਆ, ਇਹ ਵੀ ਉਹਦਾ ਹੀ ਕਾਰਨ ਆ। ਤੇ ਇਸ ਕਰਕੇ ਪਾਤਸ਼ਾਹ ਗੁਰਬਾਣੀ ਅੰਦਰ ਸਮਝਾ ਰਹੇ ਆ, ਧਰਭਵਨ ਵੇਦਿਆ ਆਪ ਮੁਰਾਰ, ਰੇ ਮਨ ਮੇਰੇ ਭਰਮ ਨਾ ਕੀਜੈ, ਮਨ ਮਾਨਿਆ ਅੰਮ੍ਰਿਤ ਰਸ ਪੀਜੈ। ਕਹਿੰਦੇ ਕਿਸੇ ਭਰਮ ਚ ਨਾ ਚਲੇ ਜਾਇਓ, ਤੇ ਜੇ ਭਰਮ ਚ ਚਲੇ ਗਏ ਤੁਹਾਡੇ ਹੱਥ ਕੁਝ ਨਹੀਂ ਆਉਣ ਵਾਲਾ। ਭਰਮ ਦੇ ਅੰਦਰ ਭੁੱਲ ਜਾਂਦਾ ਇਨਸਾਨ, ਕਿਉਂਕਿ ਭਰਮ ਚੀਜ਼ ਹੀ ਐਸੀ ਆ। ਭਰਮ ਤਾਂ ਰਾਤਰੀ ਦੇ ਹਨੇਰੇ ਚ ਰੱਸੀ ਪਈ ਦਿਖ ਜੇ ਉਹਨੂੰ ਸੱਪ ਸਮਝ ਜਾਂਦੇ ਆ, ਡਰਦੇ ਰਹਿੰਦੇ ਆ। ਜਿੰਨਾ ਚਿਰ ਰੌਸ਼ਨੀ ਕਰਕੇ ਵੇਖ ਨਹੀਂ ਲੈਂਦੇ ਕਿ ਸੱਪ ਆ ਕਿ ਕੋਈ ਰੱਸੀ ਪਈ ਆ। ਇਸੇ ਤਰ੍ਹਾਂ ਜਿੰਨਾ ਚਿਰ ਜੀਵ ਅਗਿਆਨਤਾ ਦੇ ਹਨੇਰੇ ਚ ਉਹ ਪਰਮਾਤਮਾ ਤੋਂ ਦੂਰ ਚਲਿਆ ਜਾਂਦਾ ਤੇ ਆ ਸੰਸਾਰ ਨੂੰ ਸੱਚ ਮੰਨ ਬੈਠਦਾ। ਜਦੋਂ ਮਾਲਕ ਦੀ ਫਿਰ ਕਿਰਪਾ ਹੁੰਦੀ, ਸੋਝੀ ਹੁੰਦੀ, ਤੇ ਮਹਾਰਾਜ ਕਹਿੰਦੇ ਫੇਰ ਭੇਦ ਆਉਂਦਾ। ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗਗਨ ਦਾ ਸਵਾਰ, ਤ੍ਰਿਭਵਨ ਵੇਦਿਆ ਆਪ ਮੁਰਾਰ, ਰੇ ਮਨ ਮੇਰੇ ਭਰਮ ਨਾ ਕੀਜੈ, ਮਨ ਮਾਨਿਆ ਅੰਮ੍ਰਿਤ ਰਸ ਪੀਜੈ। ਜਿਨ੍ਹਾਂ ਦਾ ਫਿਰ ਮਨ ਪਰਮਾਤਮਾ ਤੇ ਮੰਨ ਗਿਆ, ਉਹ ਅੰਤਰਗਤ ਅੰਮ੍ਰਿਤ ਰਸ ਨੂੰ ਪੀਣਾ ਸ਼ੁਰੂ ਕਰ ਦਿੰਦੇ ਆ, ਜਿੱਥੇ ਜਾ ਕੇ ਜੀਵ ਨੇ ਵਡਭਾਗੀ ਹੋਣਾ ਹੁੰਦਾ। ਜੀ ਤੋਂ ਬਗੈਰ ਅਸੀਂ ਭਾਗਾਂ ਤੋਂ ਹੀਣੇ ਰੋਜ਼ ਪੜ੍ਹਦੇ ਹਾਂ, ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਇਸੇ ਤਰ੍ਹਾਂ ਪਾਤਸ਼ਾਹ ਇੱਥੇ ਸਮਝਾ ਰਹੇ ਆ, ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਗੁਰੂ ਨੇ ਕਿਰਪਾ ਕੀਤੀ, ਇਸ ਵਸਤੂ ਦੀ ਪ੍ਰਾਪਤੀ ਹੋਈ। ਸੱਚਾ ਮਨ ਵਸਾਇਆ, ਫੇਰ ਉਹ ਮਾਲਕ ਸੱਚ ਨਾਮ ਸਾਡੇ ਮਨ ਦੇ ਅੰਦਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਆ ਕੇ ਵਸੇ। ਜੀ ਜੰਤ ਸਭ ਤੁਧ ਅਪਾਏ, ਇੱਕ ਵੇਖ ਪਰਖਣ ਆਇਆ। ਕਹਿੰਦੇ ਫਿਰ ਜੀਵ ਨੂੰ ਸੋਝੀ ਆ ਜਾਂਦੀ ਆ ਕਿ ਜਿੰਨੀ ਵੀ ਇਹ ਸ੍ਰਿਸ਼ਟੀ ਆ ਮਾਲਕ ਨੇ ਪੈਦਾ ਕੀਤੀ ਆ, ਸਾਰੇ ਉਹਦੀ ਸੇਵਾ ਕਰਨ ਆਏ ਨੇ। ਇੱਕ ਨਾ ਜੀਵ ਜੰਤੂਆਂ ਨੂੰ ਫਿਰ ਉਹ ਮਾਲਕ ਦਾ ਸਰਗੁਣ ਸਰੂਪ ਸਮਝਣਾ ਸ਼ੁਰੂ ਕਰ ਦਿੰਦਾ। ਇਸੇ ਕਰਕੇ ਬਾਣੀ ਅੰਦਰ ਸਮਝਾ ਰਹੇ ਹਨ, ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ, ਹਮ ਕੋ ਬਨ ਆਈ। ਜਿਹੜੇ ਅਵਸਥਾ ਵਾਲੇ ਨੇ ਉਹਨਾਂ ਦਾ ਨਾ ਕੋਈ ਵੈਰੀ ਰਹਿੰਦਾ ਤੇ ਨਾ ਕੋਈ ਮਿੱਤਰ ਰਹਿੰਦਾ। ਲੱਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਭਾਇਆ। ਫਿਰ ਉਹਨਾਂ ਦੇ ਮਨਾਂ ਚੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਮਝਾ ਰਹੇ ਆ ਜਿਹੜਾ ਲੱਭ ਹੈ, ਲੋਭ ਹੈ, ਹੰਕਾਰ ਹੈ, ਇਹ ਦੂਰ ਕਰਤਾ। ਹੰਕਾਰ ਦਾ ਨਾਸ ਹੋ ਗਿਆ, ਸਤਿਗੁਰੂ ਦਾ ਉਪਦੇਸ਼ ਚੰਗਾ ਲੱਗਣਾ ਸ਼ੁਰੂ ਹੋ ਗਿਆ। ਕਹੇ ਨਾਨਕ ਜਿਸਨੋ ਆਪ ਤੁਠਾ, ਤਨ ਅੰਮ੍ਰਿਤ ਗੁਰ ਤੇ ਪਾਇਆ। ਇਹ ਕਿੰਨਾਂ ਨੂੰ ਵਸਤੂ ਪ੍ਰਾਪਤ ਹੁੰਦੀ? ਜਿਨ੍ਹਾਂ ਤੇ ਮਾਲਕ ਖੁਸ਼ ਹੋ ਜਾਂਦਾ। ਚਤਰਾਈ ਨਾਲ ਨਹੀਂ, ਉਹ ਆਪਾਂ ਕੱਲ ਵਿਚਾਰ ਕਰ ਚੁੱਕੇ ਆ, ਜਿਨ੍ਹਾਂ ਤੇ ਵਾਹਿਗੁਰੂ ਖੁਸ਼ ਹੋ ਜਾਂਦੇ ਆ। ਕਹੇ ਨਾਨਕ ਜਿਸਨੋ ਆਪ ਤੁਠਾ, ਤਨ ਅੰਮ੍ਰਿਤ ਗੁਰ ਤੇ ਪਾਇਆ। ਅੱਗੇ ਹੁਣ ਮਹਾਰਾਜ ਸਮਝਾ ਰਹੇ ਆ, ਹਰੀ ਦੇ ਭਗਤਾਂ ਦਾ ਜੀਵਨ ਕਿਹੋ ਜਿਹਾ ਬਣ ਜਾਂਦਾ। ਭਗਤਾਂ ਕੀ ਚਾਲ ਨਿਰਾਲੀ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਜੀਵਾਂ ਦੀ ਸੰਸਾਰ ਨਾਲੋਂ ਜਿਹੜੀ ਮਰਜ਼ਾਦਾ ਹੈ, ਚਾਲ ਹੈ, ਜਿਉਣ ਦਾ ਢੰਗ ਹੈ,
ਉਹ ਵੱਖਰਾ ਹੋ ਜਾਂਦਾ। ਚਾਲਾਂ ਨਿਰਾਲੀ ਭਗਤਾਂ ਤੇਰੀ, ਵਿਖਮ ਮਾਰਗ ਚੱਲਣਾ। ਭਗਤਾਂ ਦਾ ਜੀਵਨ ਜਗਤ ਨਾਲੋਂ ਵੱਖਰਾ ਹੋ ਜਾਂਦਾ। ਉਹ ਉਸ ਵਿਖਮ ਰਸਤੇ ਤੇ ਤੁਰਦੇ ਆ। ਸੌਖੀ ਭਾਸ਼ਾ 'ਚ ਆਪਾਂ ਸਮਝ ਲਈਏ, ਅੱਜ ਆਮ ਜੀਵ ਦੇ ਮੁੱਖੋਂ ਇਹ ਗੱਲ ਨਿਕਲਦੀ ਆ ਕਿ ਜੀ ਪ੍ਰਮਾਤਮਾ ਦੇ ਰਸਤੇ ਤੇ ਚੱਲਣਾ ਬਹੁਤ ਔਖਾ, ਨਾਮ ਜਪਣਾ ਬਹੁਤ ਔਖਾ, ਕੋਈ ਅਤ ਕਥਨੀ ਵੀ ਨਹੀਂ। ਪਾਤਸ਼ਾਹ ਨੇ ਵੀ ਬਾਣੀ ਸਮਝਾਤਾ, ਆਖਣ ਔਖਾ ਸੱਚਾ ਨਾਉ। ਜਿੰਨਾ ਚਿਰ ਉਹਦੀ ਨਜ਼ਰ ਨਹੀਂ ਹੁੰਦੀ, ਅਸੀਂ ਹੋਰ ਦੁਨੀਆ ਦੀਆਂ ਗੱਲਾਂ ਤਾਂ ਬਹੁਤ ਕਰ ਲਾਂਗੇ, ਬਹੁਤ ਕੁਝ ਕਰੀ ਜਾਵਾਂਗੇ। 10-20 ਮਿੰਟ, ਅੱਧਾ ਘੰਟਾ ਰੱਬ ਦਾ ਨਾਂ ਨਹੀਂ ਜਪਿਆ ਜਾਂਦਾ ਆਮ ਜੀਵ ਤੋਂ, ਜਿੰਨਾ ਚਿਰ ਉਹਦੀ ਕਿਰਪਾ ਨਹੀਂ ਹੁੰਦੀ। ਜਿਹੜੇ ਫਿਰ ਪਰਮੇਸ਼ਰ ਦੇ ਪਿਆਰੇ ਆ, ਜਿਨ੍ਹਾਂ ਨੂੰ ਸੰਸਾਰ ਹੀ ਔਖਾ ਰਸਤਾ ਮੰਨਦਾ, ਹੈ ਤਾਂ ਬਹੁਤ ਔਖਾ ਜੇ ਮਾਲਕ ਦੀ ਕਿਰਪਾ ਨਾ ਹੋਵੇ। ਭਗਤ ਕਬੀਰ ਜੀ ਨੂੰ ਪੁੱਛਿਆ ਸੰਗਤ ਨੇ ਕਿ ਭਗਤ ਜੀ ਕਿੰਨਾ ਕੁ ਮੁਕਤੀ ਦਾ ਰਸਤਾ ਔਖਾ? ਉਹ ਕਹਿੰਦੇ ਜੀ ਬਹੁਤ। ਕਹਿੰਦੇ ਕੋਈ ਉਦਾਹਰਨ? ਫਿਰ ਉਹਨਾਂ ਨੇ ਦੱਸਿਆ, ਕਹਿੰਦੇ ਕਬੀਰ ਮੁਕਤ ਦੁਆਰਾ ਸੰਪੁਰਾ, ਰਾਈ ਦਸਮੈ ਭਾਏ, ਮਨ ਤੋਂ ਮੈਗਲ ਹੋਏ ਰਹਿਓ, ਕਿਉਂ ਕਰ ਨਿਕਸਿਓ ਜਾਏ। ਕਹਿੰਦੇ ਇੱਕ ਰਾਈ ਦਾ ਦਾਣਾ ਜਿਹੜਾ ਸਰੋਂ ਦੇ ਦਾਣੇ ਨਾਲੋਂ ਛੋਟਾ ਹੁੰਦਾ, ਉਹ ਵੀ ਸੁੰਗੜਿਆ ਜਿਹਾ ਹੋਵੇ, ਉਹਦਾ 10 ਹਿੱਸੇ ਕਰੋ। ਵੈਸੇ ਔਖੇ ਆ ਕਰਨੇ, ਚਲੋ ਕਰ ਲੋ। ਉਨੀ ਕੁ ਜਗ੍ਹਾ 'ਚ ਵੀ ਹਾਥੀ ਲੰਘਾਉਣਾ, ਦੇਖ ਲਓ ਕਿੰਨਾ ਔਖਾ। ਉਹ ਸੰਗਤ ਵਿਚਾਰੀ ਨਿਰਾਸ਼ ਹੋ ਗਈ ਵੀ ਇਹ ਤਾਂ ਬਹੁਤ ਔਖਾ ਜੀ ਕੰਮ। ਉਹ ਕਹਿੰਦੇ ਜੀ ਕੋਈ ਸੌਖਾ ਰਸਤਾ? ਉਹ ਕਹਿੰਦੇ ਹੈਗਾ। ਫਿਰ ਉਹਨਾਂ ਨੇ ਸਮਝਾਇਆ, ਕਹਿੰਦੇ ਕਬੀਰ ਸਾਚਾ ਸਤਿਗੁਰ ਜੇ ਮਿਲੈ, ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ, ਸਹਿਜੇ ਆਵੋ ਜਾਓ। ਕਹਿੰਦੇ ਜੇ ਸਤਿਗੁਰ ਮਿਲ ਜੇ ਸੱਚਾ ਤੇ ਉਹ ਹੋ ਜੇ ਤੁਹਾਡੇ ਤੇ ਖੁਸ਼, ਫਿਰ ਇਹ ਰਸਤਾ ਬੜਾ ਸੌਖਾ ਹੋ ਜਾਂਦਾ, ਤੁਸੀਂ ਸੁਤੇ ਸਿੱਧ ਆ ਜਾ ਸਕਦੇ ਹੋ। ਇਸੇ ਤਰ੍ਹਾਂ ਜਿਹੜੇ ਭਗਤ ਨੇ ਉਹ ਮਾਲਕ ਨੂੰ, ਸਤਿਗੁਰ ਨੂੰ ਖੁਸ਼ ਕਰ ਲੈਂਦੇ ਆ, ਉਹਨਾਂ ਨੂੰ ਇਹ ਰਸਤਾ ਔਖਾ ਨਹੀਂ ਲੱਗਦਾ। ਜਿਹੜੇ ਆਮ ਜੀਵ ਆਪਣੇ ਵਰਗੇ ਇਹਨੂੰ ਔਖਾ ਮੰਨਦੇ ਆ ਵੀ ਕਿਹੜਾ ਅੰਮ੍ਰਿਤ ਵੇਲੇ ਉੱਠੇ ਜੀ, ਕਿਹੜਾ ਇਸ਼ਨਾਨ ਕਰੇ, ਕੌਣ ਅੰਮ੍ਰਿਤ ਛਕੇ, ਕੌਣ ਇਹ ਬੰਧਨਾਂ 'ਚ ਰਵੇ, ਤੇ ਉਹ ਨਹੀਂ ਮੰਨਦੇ ਔਖਾ। ਉਹਨਾਂ ਨੂੰ ਭੇਦ ਆ ਗਿਆ ਕਿ ਇਹ ਸੰਸਾਰ ਤਾਂ ਜ਼ਿਆਦਾਤਰ ਗਲਤ ਪਾਸੇ ਨੂੰ ਜਾ ਰਿਹਾ। ਅੱਜ ਜਿੰਨੇ ਅਸੀਂ ਗੁਰੂ ਤੋਂ ਬੇਮੁਖ ਹੋ ਕੇ ਨਾਮ ਦੇ ਰਸ ਨੂੰ ਛੱਡ ਕੇ ਆ ਸੰਸਾਰ ਦੇ ਪਦਾਰਥਾਂ ਦੇ ਰਸਾਂ ਦੇ ਅੰਦਰ ਲੱਗ ਚੁੱਕੇ ਆ, ਇਹੀ ਸਾਡੀਆਂ ਬਿਮਾਰੀਆਂ ਦੇ ਕਾਰਨ ਨੇ। ਘਰ ਘਰ ਦੇ ਅੰਦਰ ਮਰੀਜ਼ ਨੇ, ਕੋਈ ਵਿਰਲਾ ਜੀਵ ਹੋਊਗਾ ਜਿਹੜਾ ਦਵਾਈ ਨਹੀਂ ਖਾਂਦਾ। ਤੇ ਪਾਤਸ਼ਾਹ ਨੇ ਹੱਲ ਦੱਸਿਆ, ਇਹਦਾ ਕਾਰਨ ਦੱਸਿਆ ਪਹਿਲਾਂ ਰੋਗ ਲੱਗਣ ਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲਿਆ ਸਜਾਏ, ਵੈਦ ਨਾ ਭੋੜੈ ਦਾਰੂ ਲਾਏ। ਕਹਿੰਦੇ ਜਿਉਂ ਜਿਉਂ ਇਨਸਾਨ ਪਰਮਾਤਮਾ ਨੂੰ ਛੱਡ ਕੇ ਖਸਮ ਵਿਸਾਰ, ਪਰਮਾਤਮਾ ਤੋਂ ਭੁੱਲ ਗਏ, ਕੀਏ ਰਸ ਭੋਗ, ਸਿਰਫ ਸੰਸਾਰ ਦੇ ਰਸਾਂ ਦੇ ਭੋਗਾਂ 'ਚ ਚੱਲਦੇ ਆ, ਤਾਂ ਤਨ ਉੱਠ ਖਲੋਏ ਰੋਗ। ਉਹਨੇ ਸਾਡੇ ਤਨ ਦੇ ਅੰਦਰ ਰੋਗ ਪੈਦਾ ਹੋਣੇ ਹੀ ਹੋਣੇ ਆ। ਤੇ ਜਿਹੜੇ ਪ੍ਰਮਾਤਮਾ ਦੀ ਕਿਰਪਾ ਵਾਲੇ ਆ, ਉਹ ਫਿਰ ਇਸ ਰਸਤੇ ਔਖੇ ਤੇ ਚੱਲਦੇ ਆ। ਚਾਲਾਂ ਨਿਰਾਲੀ ਭਗਤਾਂ ਤੇਰੀ, ਵਿਖਮ ਮਾਰਗ ਚੱਲਣਾ। ਕਿਹੜਾ ਵਿਖਮ ਮਾਰਗ? ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ। ਇਹ ਲੱਭ ਨੂੰ ਛੱਡਣਾ, ਲੋਭ ਨੂੰ ਛੱਡਣਾ, ਅਹੰਕਾਰ ਨੂੰ ਛੱਡਣਾ, ਤ੍ਰਿਸ਼ਨਾ ਰੂਪੀ ਅਗਨ ਨੂੰ ਬੁਝਾਉਣਾ, ਤੇ ਬਹੁਤਾ ਬੋਲਣਾ ਨਹੀਂ। ਜੇ ਬੋਲਣਾ ਤਾਂ ਵਾਹਿਗੁਰੂ ਦੀ ਉਸਤਤ 'ਚ ਬੋਲਣਾ। ਖੰਨਿਓ ਤਿੱਖੀ ਬਾਲੋਂ ਨਿੱਕੀ, ਏਕ ਮਾਰਗ ਜਾਣਾ। ਕਹਿੰਦੇ ਰਸਤਾ ਤਾਂ ਇੰਨਾ ਬਰੀਕ ਆ, ਖੰਡੇ ਦੀ ਧਾਰ ਤੋਂ ਤੇਜ ਤੇ ਬਾਲ ਤੋਂ ਨਿੱਕਾ। ਖੰਨਿਓ ਤਿੱਖੀ ਬਾਲੋਂ ਨਿੱਕੀ, ਏਕ ਮਾਰਗ ਜਾਣਾ। ਰਸਤਾ ਤਾਂ ਇੰਨਾ ਬਰੀਕ ਆ, ਖੰਡੇ ਦੀ ਧਾਰ ਤੋਂ ਤਿੱਖਾ ਤੇ ਬਾਲ ਤੋਂ ਨਿੱਕਾ। ਜਿਹੜੇ ਮਾਰਗ ਤੇ ਪ੍ਰਭੂ ਦੇ ਪਿਆਰੇ ਚੱਲਦੇ ਆ, ਪਰ ਚੱਲਦੇ ਕਿਵੇਂ ਆ? ਕਹਿੰਦੇ ਗੁਰ ਪ੍ਰਸਾਦੀ
जिनी आप तजिया हर वासना समाणी। जिन्हां ने गुरु दी किरपा दे नाल आपा भाव त्यागता कि मैं कुछ नहीं, बस इत्थे ही औखा। जिन्ना चिर मैं दी आवाज है, उन्ना चिर परमात्मा दी किरपा नहीं होवेगी। जदों तू दी आवाज आउणी शुरू होगी, कबीर तू तो करता तू भया, मुझ में रहा न हूँ। जब आपा परका मिट गया, जत देखा तत तू। बस जिन्ना चिर मैं दी आवाज है, भावें सारी उम्र धर्म दे कर्म अनसान करी जावे, वाहिगुरु दी किरपा दा पात्र नहीं बनेगा। जिन्ना चिर तू दी आवाज नहीं आवेगी। ते महाराज समझा रहे हैं गुरु अमरदास साहिब जी, कहते गुर प्रसादी जिनी आप तजिया, जिन्हां ने आपा भाव खत्म कर लिया, हर वासना समाणी। उन्हां दी फिर बिरती मालिक दे अंदर समा गई, ओदे नाल लगनी शुरू हो गई। कहे नानक चाल भगतां जुगो जुग निराली। धन श्री गुरु अमरदास साहिब महाराज जी समझा रहे हैं, जुगां तो लैके जदों तो सृष्टि दी आरंभता हुई है, भगतां दी संसार नालों चाल वखरी रही है। इसे करके संसार नूं सोझी ना हुंदी, ਉਹ ਭਗਤਾਂ ਨੂੰ ਦੁੱਖ ਦਿੰਦੇ ਰਹਿੰਦੇ, ਕਿੱਡੇ ਕਿੱਡੇ ਤਸੀਹੇ ਦਿੰਦੇ ਰਹੇ ਭਗਤਾਂ ਨੂੰ, ਪਰ ਮਾਲਕ ਉਹਨਾਂ ਦੀ ਰੱਖਿਆ ਕਰਦਾ ਰਿਹਾ। ਇੱਥੇ ਹਰਨਾਕਸ਼ ਵਰਗਿਆਂ ਦੇ ਘਰੇ ਪ੍ਰਹਲਾਦ ਨੂੰ ਭੇਜਤਾ, ਪਰ ਉਹਦੀ ਵੀ ਰੱਖਿਆ ਕੀਤੀ। ਇਸੇ ਕਰਕੇ ਬਾਣੀ ਚ ਮਹਾਰਾਜ ਆਪਾਂ ਨੂੰ ਸਮਝਾ ਰਹੇ ਆ, ਯਤਨ ਕਰਨਾ ਚਾਹੀਦਾ ਆਪਦੇ ਜੀਵਨ ਦੀ, ਜਿੰਨਾ ਸਮਾਂ ਸਾਡੇ ਕੋਲੇ ਹੈ, ਕਿਤੇ ਸੰਸਾਰ ਦੀ ਵਡਿਆਈ ਚ ਨਾ ਫਸੇ ਰਹੀਏ। ਵੀ ਸੰਸਾਰ ਵਡਿਆਈ ਕਰਦਾ ਵੀ ਇਹਨਾਂ ਨੇ ਬੜਾ ਮਿਹਨਤ ਕਰਤੀ ਜੀ, ਬੜਾ ਪੈਸਾ ਬਣਾਤਾ ਆਪਦੇ ਬੱਚਿਆਂ ਨੂੰ, ਉਹ ਕਰਤਾ, ਸੰਸਾਰ ਦੀਆਂ ਵਡਿਆਈਆਂ। ਤੇ ਇਹ ਤਾਂ ਮਹਾਰਾਜ ਕਹਿੰਦੇ ਅੱਗ ਚ ਜਲ ਜਾਣੀਆਂ। ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਤੁਸੀਂ ਕਿਰਪਾ ਦੇ ਪਾਤਰ ਬਣੋ ਉਸ ਵਾਹਿਗੁਰੂ ਦੇ, ਜਿਹੜੀ ਇੱਕ ਨਜ਼ਰ ਦੇ ਨਾਲ ਉਹਨੇ ਤੁਹਾਨੂੰ ਉਹ ਆਨੰਦ ਦੀ ਅਵਸਥਾ ਦੇ ਦੇਣੀ ਹੈ। ਨਿਹਾਲ ਕਰ ਦੇਣਾ ਨਾਨਕ ਨਦਰੀ ਨਦਰ ਨਿਹਾਲ। ਫਿਰ ਭਗਤ ਉਹਦੀ ਕਿਰਪਾ ਦੇ ਪਾਤਰ ਬਣਦੇ ਆ। ਆਮ ਜੀਵ ਸੰਸਾਰ ਤੱਕ ਸੀਮਤ ਰਹਿ ਜਾਂਦੇ ਆ, ਤੇ ਉਹਨਾਂ ਦੀ ਜੁਗੋ ਜੁਗ ਮਾਲਕ ਰੱਖਿਆ ਵੀ ਕਰਦਾ ਆਇਆ, ਕਰਦਾ ਹੈ, ਕਰਦਾ ਰਹੇਗਾ। ਤੇ ਇਸ ਕਰਕੇ ਉਹਨਾਂ ਦੀ ਚਾਲ ਨਿਰਾਲੀ ਹੋ ਜਾਂਦੀ ਆ, ਭਗਤਾਂ ਕੀ ਚਾਲ ਨਿਰਾਲੀ। ਇਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਨੰਦ ਸਾਹਿਬ ਦੀ ਬਾਣੀ ਚ ਆਪਾਂ ਨੂੰ ਸਮਝਾ ਰਹੇ ਆ। 14 ਪੌੜੀਆਂ ਤੱਕ ਅੱਜ ਆਪਾਂ ਵਿਚਾਰ ਕਰ ਲਈ। ਕੱਲ ਤੋਂ 15ਵੀਂ ਤੋਂ ਸ਼ੁਰੂ ਕਰ ਲਾਂਗੇ। ਆਓ ਨਾਲ ਦੀ ਨਾਲ ਫਿਰ ਜੋ ਗੁਰਮੰਤਰ ਦਾ ਅਭਿਆਸ ਆ, ਉਸ ਮਾਲਿਕ ਦੇ ਨਾਲ ਅਭੇਦ ਹੋਣ ਵਾਸਤੇ, ਇਹਨਾਂ ਗਿਆਨ ਔਰ ਕਰਮ ਇੰਦਰੀਆਂ ਤੋਂ ਸੁਰਤ ਨੂੰ ਉੱਚਾ ਚੁੱਕਣ ਵਾਸਤੇ ਗੁਰਮੰਤਰ ਦਾ ਅਭਿਆਸ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ।